ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ। ਮੈਂ ਹਾਂ ਤੁਹਾਡੇ ਨਾਲ ਵਰੁਣ ਭੱਟ। ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਕੱਲ੍ਹ ਵਿਧਾਨ ਸਭਾ ਹਾਊਸ ਦੇ ਵਿੱਚ ਆਪਣੀ ਸਟੇਟਮੈਂਟ ਜਦੋਂ ਉਹ ਦੇ ਰਹੇ ਸੀਗੇ ਤਾਂ ਵਿਰੋਧੀ ਧਿਰਾਂ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ। ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਕੁੰਵਰ ਜੀ, ਬੇਅਦਬੀ ਤੇ ਗੋਲੀकांड ਵਾਲਾ ਮਾਮਲਾ, ਉਹ ਚੀਜ਼ਾਂ ਨੂੰ ਲੈ ਕੇ ਤੁਸੀਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸਿਆਸਤ ਦੇ ਵਿੱਚ ਆਏ। ਲੋਕ ਹੁਣ ਤੱਕ ਉਮੀਦ ਕਰ ਰਹੇ ਨੇ ਤੇ ਉਹਨਾਂ ਦੀ ਉਮੀਦ ਕੀ ਕਾਇਮ ਰਹੇਗੀ ਕਿ ਇਨਸਾਫ ਮਿਲੇਗਾ? ਸਭ ਤੋਂ ਪਹਿਲਾਂ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ, ਤੁਹਾਡਾ ਸਵਾਲ ਸੀ ਕਿ ਮੈਂ ਸਿਆਸਤ ਦੇ ਵਿੱਚ ਆਇਆ। ਜਦੋਂ ਮੈਂ ਪਾਰਟੀ ਜੁਆਇਨ ਕੀਤੀ, ਮਾਨਯੋਗ ਕੇਜਰੀਵਾਲ ਸਾਹਿਬ ਆਏ ਸਨ, ਮੈਂ ਉਸੇ ਸਟੇਜ ਤੋਂ ਐਵੇਂ ਐਲਾਨ ਕੀਤਾ ਕਿ ਮੈਨੂੰ ਰਾਜਨੀਤੀ ਆਉਂਦੀ ਨਹੀਂ ਤੇ ਰਾਜਨੀਤੀ ਸਿੱਖਣੀ ਵੀ ਨਹੀਂ ਹੈ ਜੀ। ਤਾਂ ਮੈਨੂੰ ਨਾ ਰਾਜਨੀਤੀ ਆਉਂਦੀ ਹੈ, ਨਾ ਮੈਂ ਰਾਜਨੀਤੀ ਜੁਆਇਨ ਕੀਤੀ, ਨਾ ਰਾਜਨੀਤੀ ਸਿੱਖਣੀ ਹੈ ਜੀ। ਠੀਕ ਹੈ, ਕਿਉਂਕਿ ਅੱਜ ਦੇ ਹਾਲਾਤਾਂ ਦੇ ਵਿੱਚ ਜੋ ਤੁਸੀਂ ਦੇਖੋਗੇ, ਰਾਜਨੀਤੀ ਦਾ ਜੋ ਮੀਨਿੰਗ ਹੈ ਨਾ ਜੀ, ਉਹ ਟੋਟਲੀ ਬਦਲ ਗਿਆ ਹੈ। ਤਾਂ ਜਦੋਂ ਰਾਜਨੀਤੀ ਦੀ ਮੀਨਿੰਗ ਬਦਲ ਜਾਊਗੀ ਫਿਰ ਮੈਂ ਰਾਜਨੀਤੀ ਜ਼ਰੂਰ ਜੁਆਇਨ ਕਰਾਂਗਾ। ਔਰ ਦੂਸਰੀ ਚੀਜ਼ ਹੈ ਕਿ ਦੇਖੋ, ਮੈਂ 22-23 ਸਾਲ ਤੱਕ IPS ਦੀ ਨੌਕਰੀ ਕੀਤੀ, ਪੰਜਾਬ ਕੈਡਰ, ਔਰ ਤਕਰੀਬਨ ਪੰਜਾਬ ਦੇ ਹਰ ਏਰੀਆ ਦੇ ਵਿੱਚ ਮੇਰੀ ਪੋਸਟਿੰਗ ਰਹੀ। ਅਲੱਗ-ਅਲੱਗ ਮਤਲਬ ਕੈਪੈਸਿਟੀ ਦੇ ਵਿੱਚ, ਅਲੱਗ-ਅਲੱਗ ਪੋਸਟ 'ਤੇ, ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਹ ਵੱਖਰੀ ਗੱਲ ਹੈ ਕਿ ਅੰਮ੍ਰਿਤਸਰ ਦੇ ਵਿੱਚ ਮੈਨੂੰ ਹਰ ਰੈਂਕ 'ਤੇ ਮਤਲਬ ਜ਼ਿਆਦਾ ਮੌਕਾ ਮਿਲਿਆ। ਇਹ ਵੀ ਮਤਲਬ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਲੋਕਾਂ ਦਾ ਪਿਆਰ ਹੁੰਦਾ ਹੈ ਜੀ। ਨੌਕਰੀ ਮੈਂ ਜਦੋਂ ਛੱਡ ਦਿੱਤਾ ਸੀ ਤਾਂ ਅੰਮ੍ਰਿਤਸਰ 'ਤੇ ਲੋਕਾਂ ਨੇ ਹੀ ਮੈਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਇਲੈਕਸ਼ਨ ਜ਼ਰੂਰ ਲੜਨਾ ਹੈ। ਮੇਰੇ ਕੋਲ ਪੈਸਾ ਨਹੀਂ ਸੀ, ਮੇਰੇ ਕੋਲ ਅੱਜ ਵੀ ਆਪਣਾ ਮਕਾਨ ਨਹੀਂ ਹੈ ਜੀ। ਔਰ ਜਦੋਂ ਨੌਕਰੀ ਛੱਡੀ ਸੀ ਮੇਰੇ ਕੋਲ 2 ਮਹੀਨੇ ਦਾ ਖਰਚਾ ਸੀਗਾ, ਲੇਕਿਨ ਲੋਕਾਂ ਨੇ ਮੈਨੂੰ ਤਿਆਰ ਕਰਾਇਆ ਜੀ। ਲੋਕਾਂ ਨੇ ਤਿਆਰ ਕਰਾਇਆ ਔਰ ਮੇਰਾ ਇਲੈਕਸ਼ਨ ਅੰਮ੍ਰਿਤਸਰ ਦੇ ਲੋਕਾਂ ਨੇ ਲੜ ਲਿਆ ਜੀ ਔਰ ਜਿੱਤ ਲਿਆ ਜੀ। ਤੁਸੀਂ ਦੇਖੋਗੇ ਕਿ ਚਾਹੇ ਆਪਣੀ ਕੌਂਸਟੀਚੁਐਂਸੀ ਦੀ ਸਮੱਸਿਆ ਹੈ, ਜਾਂ ਅੰਮ੍ਰਿਤਸਰ ਸ਼ਹਿਰ ਦਾ ਕੋਈ ਮੁੱਦਾ ਹੈ, ਜਾਂ ਪੰਜਾਬ ਦਾ ਮੁੱਦਾ ਹੈ, ਮੈਂ ਬਖੂਬੀ ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਲਿਖਤੀ ਤੌਰ 'ਤੇ ਤੁਸੀਂ ਦੇਖੋਗੇ ਮੈਂ ਹਰ ਚੀਜ਼ ਦੇ ਕੇ ਰੱਖਦਾ ਹਾਂ ਜੀ। ਲਿਖਤੀ ਤੌਰ 'ਤੇ ਕੋਈ ਕੁਐਸਚਨ ਹੈ ਜਾਂ ਕੋਈ ਕਾਲ ਅਟੈਂਸ਼ਨ ਹੈ, ਜਾਂ 27 ਤਾਰੀਖ ਨੂੰ ਵੀ ਜਦੋਂ ਸਪੈਸ਼ਲ ਸੈਸ਼ਨ ਦਾ ਸਾਨੂੰ ਪਤਾ ਲੱਗਿਆ ਤਾਂ ਮੈਂ ਸਭ ਤੋਂ ਪਹਿਲਾਂ, ਪਾਰਟੀ ਦੀ ਮੀਟਿੰਗ ਸੀਗੀ 10 ਵਜੇ, ਉਸ ਤੋਂ ਪਹਿਲਾਂ ਮਾਨਯੋਗ ਸਪੀਕਰ ਸਾਹਿਬ ਦੇ ਕੋਲ ਜਾ ਕੇ ਇੱਕ ਚਿੱਠੀ ਫੜਾ ਕੇ ਆਇਆ ਕਿ ਸਰ, ਰਿਟਨ, ਕਿ ਸਰ ਮੈਨੂੰ ਬਰਗਾੜੀ ਦੇ ਮੁੱਦੇ 'ਤੇ ਜ਼ਰੂਰ ਬੋਲਣ ਦਿਓ। ਠੀਕ ਹੈ, ਤਾਂ ਚਲੋ 0 ਆਵਰ ਹੀ ਸਹੀ, ਹਾਲਾਂਕਿ 0 ਆਵਰ ਦਾ ਇਹ ਮੁੱਦਾ ਨਹੀਂ ਹੈ, ਨਾ ਹੀ 0 ਆਵਰ ਦੇ ਵਿੱਚ ਇਹ ਗੱਲ ਰੱਖੀ ਜਾ ਸਕਦੀ ਹੈ, ਲੇਕਿਨ ਕੱਲ੍ਹ ਮੈਨੂੰ ਮੌਕਾ ਮਿਲਿਆ ਸੀ ਤਾਂ ਮੈਂ ਕੋਸ਼ਿਸ਼ ਕੀਤੀ। ਓਪੋਜੀਸ਼ਨ ਨੇ ਚਾਹੇ ਕਿਸੇ ਹੋਰ ਮੁੱਦੇ ਦੇ ਉੱਤੇ ਹੀ ਉਹਨਾਂ ਨੇ ਸ਼ੋਰ ਸ਼ਰਾਬਾ ਕੀਤਾ, ਹਾਊਸ ਨੂੰ ਡਿਸਟਰਬ ਕੀਤਾ, ਲੇਕਿਨ ਜੋ ਮੈਨੂੰ ਮੌਕਾ ਮਿਲਿਆ, ਜੋ ਸਮਾਂ ਮੈਨੂੰ ਦਿੱਤਾ ਗਿਆ, ਉਹਦੇ ਵਿੱਚ ਮੇਰੀ ਕੋਸ਼ਿਸ਼ ਸੀਗੀ ਕਿ ਵੱਧ ਤੋਂ ਵੱਧ ਇਫੈਕਟਿਵ ਤਰੀਕੇ ਦੇ ਨਾਲ ਫੈਕਟਸ ਐਜ ਇਟ ਇਜ਼ ਦਾ ਮਤਲਬ ਹੁੰਦਾ ਹੈ ਕਿ ਜੋ ਤੱਥ ਜਿਸ ਤਰੀਕੇ ਦੇ ਨਾਲ ਹੈ ਉਸੇ ਤਰੀਕੇ ਦੇ ਨਾਲ ਰੱਖੋ। ਫੈਸਲਾ ਕਰਨ ਵਾਲਾ ਮੈਂ ਨਹੀਂ ਹਾਂ, ਫੈਸਲਾ ਸਰਕਾਰ ਨੇ ਕਰਨਾ ਹੈ, ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਹੈ, ਫੈਸਲਾ ਪਰਮ ਪਿਤਾ ਪਰਮੇਸ਼ਵਰ ਨੇ ਕਰਨਾ ਹੈ। ਸਰਕਾਰ ਦਾ ਹਿੱਸਾ ਹੋ ਤੁਸੀਂ? ਬਿਲਕੁਲ, ਮੈਂ ਸਰਕਾਰ ਦਾ ਹਿੱਸਾ ਹਾਂ, ਤਾਂ ਹੀ ਮੈਂ ਕਹਿ ਰਿਹਾ ਨਾ ਜੀ ਕਿ ਮੈਂ ਫੈਸਲਾ ਨਹੀਂ ਕਰਨਾ ਹੈ, ਸਰਕਾਰ ਦਾ ਹਿੱਸਾ, ਲੇਕਿਨ ਬਤੌਰ MLA। ਸਰਕਾਰ ਦਾ ਹਿੱਸਾ ਦਾ ਮਤਲਬ ਹੁੰਦਾ ਹੈ 2 ਤਰੀਕੇ ਦਾ ਹੁੰਦਾ ਹੈ। ਜਿਸ ਤਰ੍ਹਾਂ ਮੰਨ ਲਓ 0 ਆਵਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਾਂ ਕੋਈ ਹੋਰ ਮੰਤਰੀ ਤਕਰੀਬਨ 0 ਆਵਰ ਦੇ ਵਿੱਚ ਨਹੀਂ ਬੋਲਦੇ ਜੀ, ਤਕਰੀਬਨ ਨਹੀਂ ਬੋਲਦੇ। ਕੋਈ ਸਟੇਟ ਦੇ ਵਿੱਚ ਜਾਂ ਕੋਈ ਉਸ ਤਰੀਕੇ ਦਾ ਹੈ ਤਾਂ ਬੋਲ ਸਕਦੇ ਨੇ, ਜਾਂ ਕੋਈ ਕੁਐਸਚਨ ਆਵਰ ਦੇ ਵਿੱਚ ਕੋਈ ਵੀ ਮੁੱਖ ਮੰਤਰੀ ਸਾਹਿਬ ਕੁਐਸਚਨ ਨਹੀਂ ਕਰ ਸਕਦੇ, ਕੋਈ ਵੀ ਮੰਤਰੀ ਸਾਹਿਬ ਕੁਐਸਚਨ ਨਹੀਂ ਕਰ ਸਕਦੇ, ਲੇਕਿਨ ਅਸੀਂ MLA ਹਾਂ, ਅਸੀਂ ਕੁਐਸਚਨ ਕਰ ਸਕਦੇ ਹਾਂ। ਮੰਤਰੀ ਨੂੰ ਉਸ ਦਾ ਜਵਾਬ ਦੇਣਾ ਹੁੰਦਾ ਹੈ। ਤਾਂ ਸਰਕਾਰ ਦੇ ਵਿੱਚ 2 ਤਰੀਕੇ ਦੇ ਨਾਲ ਮਤਲਬ ਹੋ ਗਿਆ। ਇੱਕ ਤਾਂ ਜੋ ਸਰਕਾਰ ਦੇ ਅਹਿਮ ਹਿੱਸਾ ਹੁੰਦੇ ਨੇ, ਉਹ ਜੋ ਮੰਤਰੀ ਪਰਿਸ਼ਦ ਦੇ ਮੈਂਬਰ ਹੁੰਦੇ ਨੇ। ਦੂਸਰਾ, ਜੋ MLA ਰੂਲਿੰਗ ਪਾਰਟੀ ਦੇ ਹੁੰਦੇ ਨੇ, ਉਹ ਵੀ ਸਰਕਾਰ ਦਾ ਹਿੱਸਾ ਹੁੰਦੇ ਨੇ, ਕਿਉਂਕਿ ਉਹਨਾਂ ਦੇ ਰਾਹੀਂ ਹੀ, ਉਹਨਾਂ ਦੇ ਬਹੁਮਤ ਦੇ ਆਧਾਰ 'ਤੇ ਹੀ ਸਰਕਾਰ ਚੱਲਦੀ ਹੈ। ਠੀਕ ਹੈ, ਕੋਈ ਵੀ ਸਰਕਾਰ ਹੁੰਦੀ ਹੈ ਜਦੋਂ ਤੱਕ ਬਹੁਮਤ ਹੁੰਦਾ ਹੈ, ਉਸ ਬਹੁਮਤ ਦੇ ਆਧਾਰ 'ਤੇ ਚੱਲਦੀ ਹੈ। ਤਾਂ ਇਸ ਹਿਸਾਬ ਦੇ ਨਾਲ MLA ਵੀ ਸਰਕਾਰ ਦਾ ਹਿੱਸਾ ਹੁੰਦੇ ਨੇ। ਤਾਂ ਲੇਕਿਨ ਤੁਸੀਂ ਦੇਖੋਗੇ ਕਿ ਜੋ ਮੇਰਾ ਫਰਜ਼ ਹੈ ਉਹ ਮੈਂ ਆਪਣਾ ਫਰਜ਼ ਬਖੂਬੀ ਨਿਭਾਉਂਦਾ ਹਾਂ, ਆਪਣੀ ਕੌਂਸਟੀਚੁਐਂਸੀ ਦੇ ਲੋਕਾਂ ਦੇ ਪ੍ਰਤੀ, ਆਪਣੇ ਸ਼ਹਿਰ ਦੇ ਲੋਕਾਂ ਦੇ ਪ੍ਰਤੀ, ਪੰਜਾਬ ਦੇ ਲੋਕਾਂ ਦੇ ਪ੍ਰਤੀ, ਪੰਜਾਬ ਦੇ ਮੁੱਦਿਆਂ ਦੇ ਪ੍ਰਤੀ। ਅਤੇ ਬਰਗਾੜੀ ਦਾ ਵੀ ਮੁੱਦਾ ਹੈ ਨਾ, ਮੈਂ ਨੌਕਰੀ ਛੱਡੀ ਸੀ ਇਸੇ ਮੁੱਦੇ 'ਤੇ। 2015 ਦੇ ਵਿੱਚ ਇਹ ਮਸਲਾ ਸ਼ੁਰੂ ਹੋਇਆ ਸੀ। 17 ਦਾ ਇਲੈਕਸ਼ਨ ਸੀਗਾ, ਉਸ ਇਲੈਕਸ਼ਨ ਦੇ ਵਿੱਚ ਫਿਰ ਨੰਬਰ 1 ਮੁੱਦਾ ਸੀਗਾ।
19 ਦਾ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਸੀ ਉਹਦੇ ਵਿੱਚ ਵੀ ਇਹ ਸਭ ਤੋਂ ਮਤਲਬ 4-5 ਜੋ ਅਹਿਮ ਮੁੱਦੇ ਨੇ ਉਸ ਦੇ ਵਿੱਚ ਸਭ ਤੋਂ ਉੱਪਰ ਹੁੰਦਾ ਸੀ, ਅਤੇ 22 ਦੇ ਇਲੈਕਸ਼ਨ ਦੇ ਵਿੱਚ ਵੀ ਇਹ ਮੁੱਦਾ 5 ਮੁੱਦੇ ਮੇਨ ਸੀਗੇ ਜਿਹਦੇ ਵਿੱਚ ਇਹ ਮੁੱਦਾ ਸਭ ਤੋਂ ਅਹਿਮ ਅਤੇ ਸਭ ਤੋਂ ਉੱਪਰ ਸੀਗਾ। ਮੈਂ ਜਦੋਂ ਨੌਕਰੀ ਛੱਡੀ ਸੀ ਉਦੋਂ ਹੀ ਮੈਂ ਕਿਹਾ ਸੀ ਕਿ ਮੈਂ ਨੌਕਰੀ ਛੱਡ ਦਿੱਤੀ, ਲੇਕਿਨ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਇਸ ਮੁੱਦੇ ਨੂੰ ਪੋਲੀਟੀਸਾਈਜ਼ ਨਾ ਕਰੋ, ਇਹਨੂੰ ਗਲੈਮਰਾਈਜ਼ ਨਾ ਕਰੋ। ਮੇਰੇ ਫੇਸਬੁੱਕ ਪੋਸਟ 'ਤੇ ਤੁਸੀਂ ਦੇਖ ਸਕਦੇ ਹੋ, ਇਹ ਪਿਨ ਕਰਕੇ ਟੈਗ ਕਰਕੇ ਉੱਪਰ ਹੀ ਹੈ ਜੀ 13 ਅਪ੍ਰੈਲ 2021 ਦਾ। ਔਰ ਮੈਂ ਉਹਦੇ ਵਿੱਚ ਕਿਹਾ ਸੀ ਕਿ ਮੈਂ ਲੋਕਾਂ ਦੀ ਸੇਵਾ ਕਰਦਾ ਰਹਾਂਗਾ, ਲੇਕਿਨ IPS ਦੇ ਰੂਪ ਦੇ ਵਿੱਚ ਨਹੀਂ। 22 ਤਰੀਕ ਨੂੰ ਮੈਨੂੰ ਰਿਲੀਵਿੰਗ ਲੈਟਰ ਮਿਲ ਗਿਆ। 23 ਤਰੀਕ ਨੂੰ ਮੈਂ ਬਾਰ ਕਾਉਂਸਿਲ ਆਫ ਪੰਜਾਬ ਐਂਡ ਹਰਿਆਣਾ ਦੇ ਵਿੱਚ ਜਾ ਕੇ ਬਤੌਰ ਵਕੀਲ ਆਪਣੇ ਆਪ ਨੂੰ ਇਨਰੋਲ ਕਰਾ ਲਿਆ। ਜੋ ਐਗਜ਼ਾਮ ਹੁੰਦਾ ਹੈ ਐਗਜ਼ਾਮ ਵੀ ਪਾਸ ਕਰ ਗਿਆ। ਹੁਣ ਇਸ ਸਾਲ ਮੈਨੂੰ ਮਤਲਬ ਪਰਮਾਨੈਂਟ ਲਾਇਸੈਂਸ ਵੀ ਮਿਲ ਗਿਆ। ਪਹਿਲਾਂ ਜਦੋਂ ਤੁਸੀਂ ਅਪਲਾਈ ਕਰਦੇ ਹੋ ਨਾ ਤਾਂ 2 ਸਾਲ ਵਾਸਤੇ ਟੈਂਪਰੇਰੀ ਮਿਲਦਾ ਹੈ, ਅਤੇ ਕਿਉਂਕਿ ਉਸ ਤੋਂ ਬਾਅਦ ਪੇਪਰ ਕਈ ਦੇਣੇ ਹੁੰਦੇ ਨੇ, ਅਤੇ ਪੇਪਰ ਵਗੈਰਾ ਪਾਸ ਕਰਨ ਤੋਂ ਬਾਅਦ ਇਸ ਸਾਲ ਮੈਨੂੰ ਮਤਲਬ ਪੱਕਾ ਲਾਇਸੈਂਸ ਤੁਸੀਂ ਕਹਿ ਸਕਦੇ ਹੋ ਕਿ ਪੱਕਾ ਲਾਇਸੈਂਸ ਮਿਲ ਗਿਆ ਬਾਰ ਕਾਉਂਸਿਲ ਵੱਲੋਂ। ਔਰ ਬਾਈ ਪ੍ਰੋਫੈਸ਼ਨ ਅੱਜ ਦੀ ਤਾਰੀਖ ਦੇ ਵਿੱਚ ਮੈਂ ਵਕੀਲ ਹਾਂ ਜੀ। ਔਰ ਲੋਕਾਂ ਨੇ ਮੈਨੂੰ MLA ਬਣਾਇਆ ਹੈ, ਪਰਮਾਤਮਾ ਦੀ ਕਿਰਪਾ ਹੋਈ ਹੈ। ਪਾਰਟੀ ਨੇ ਮੇਰੇ ਦੇ ਵਿੱਚ ਵਿਸ਼ਵਾਸ ਵਿਅਕਤ ਕੀਤਾ, ਫਿਰ ਪਾਰਟੀ ਨੇ ਟਿਕਟ ਤਾਂ ਹੀ ਦਿੱਤੀ ਨਹੀਂ। ਔਰ ਪਾਰਟੀ ਦੇ ਬਿਹਾਫ 'ਤੇ ਮੈਂ ਪੂਰੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕੀਤਾ। ਹੁਣ ਜਦੋਂ ਸਦਨ ਦੇ ਵਿੱਚ ਆ ਗਏ ਤਾਂ ਸਦਨ ਦੇ ਸਨਮੁਖ ਉਹ ਹਰ ਗੱਲ ਰੱਖਣੀ ਹੈ ਜੋ ਮੈਂ ਰੱਖ ਸਕਦਾ ਹਾਂ, ਆਪਣੀ ਕੌਂਸਟੀਚੁਐਂਸੀ ਦਾ ਹੋਵੇ, ਆਪਣੇ ਸ਼ਹਿਰ ਦਾ ਹੋਵੇ, ਪੰਜਾਬ ਸਟੇਟ ਦਾ ਹੋਵੇ। ਉਸੇ ਸਿਲਸਿਲੇ ਦੇ ਵਿੱਚ ਮੈਂ ਕੱਲ੍ਹ ਬੋਲਿਆ ਸੀ। ਆਪੋਜੀਸ਼ਨ ਨੇ ਥੋੜ੍ਹਾ ਸਾ ਮਤਲਬ ਉਹ ਮੁੱਦਾ ਦੂਸਰਾ ਸੀਗਾ ਜਿਹਦੇ ਉੱਤੇ ਉਹ ਸ਼ੋਰ ਸ਼ਰਾਬਾ ਕਰ ਰਹੇ ਸੀ, ਤਾਂ ਹੀ ਮੈਂ ਬਾਜਵਾ ਸਾਹਿਬ ਨੂੰ ਬੇਨਤੀ ਕੀਤੀ, ਬੜਿੰਗ ਸਾਹਿਬ ਨੂੰ ਵੀ ਮੈਂ ਬੇਨਤੀ ਕੀਤੀ ਕਿ ਘੱਟੋ ਘੱਟ ਬਰਗਾੜੀ ਦੇ ਮੁੱਦੇ 'ਤੇ ਤਾਂ ਤੁਸੀਂ ਚੁੱਪ ਹੋ ਜਾਓ, ਤੁਸੀਂ ਸੁਣ ਲਓ ਔਰ ਤੁਸੀਂ ਵੀ ਇਹਦੇ ਵਿੱਚ ਸਾਝੇਦਾਰ ਬਣੋ। ਲੇਕਿਨ ਚਲੋ ਅਬ ਉਹਨਾਂ ਦੀ ਕੀ ਰਣਨੀਤੀ ਸੀਗੀ ਮੈਨੂੰ ਨਹੀਂ ਪਤਾ ਹੈ। ਹੁਣ ਉਹ ਬਰਗਾੜੀ ਮੁੱਦੇ 'ਤੇ ਬੋਲ ਨਹੀਂ ਸਕਦੇ ਜੀ। ਕੱਲ੍ਹ ਤੋਂ ਬਾਅਦ ਬਰਗਾੜੀ ਬੇਅਦਬੀ ਇਸ ਮੁੱਦੇ ਦੇ ਉੱਤੇ ਜੇਕਰ ਉਹ ਬੋਲਦੇ ਨੇ ਤਾਂ ਉਹ ਆਪਣੇ ਆਪ ਦੇ ਨਾਲ ਵੀ ਧੋਖਾ ਕਰਦੇ ਨੇ, ਅਤੇ ਕਿਉਂਕਿ ਜੋ ਟਾਈਮ ਸੀਗਾ ਉਹਨਾਂ ਨੇ ਟਾਈਮ ਕਾਫੀ ਬਰਬਾਦ ਕੀਤਾ। ਹੁਣ ਤੁਸੀਂ ਦੇਖੋਗੇ ਕਿ ਇਨਸਾਫ ਮਿਲਣਾ ਹੈ ਨਹੀਂ ਕਿ ਨਹੀਂ ਮਿਲਣਾ ਹੈ, ਸਾਰੇ ਇਹੀ ਬੋਲਦੇ ਨੇ। ਉਦੋਂ ਮੈਂ ਲਿਖ ਦਿੱਤਾ ਸੀ ਕਿ ਇਨਸਾਫ ਨਹੀਂ ਮਿਲਣਾ ਹੈ, ਲੇਕਿਨ ਜਿਸ ਤਰੀਕੇ ਦੇ ਨਾਲ ਤੁਸੀਂ 14 ਅਪ੍ਰੈਲ 2021 ਦਾ ਭਗਵੰਤ ਮਾਨ ਸਾਹਿਬ ਦਾ ਤੁਸੀਂ ਪ੍ਰੈਸ ਕਾਨਫਰੰਸ ਜੋ ਉਹਨਾਂ ਨੇ ਪਟਿਆਲਾ ਦੇ ਵਿੱਚ ਕੀਤਾ ਸੀ, ਉਹ ਪ੍ਰੈਸ ਕਾਨਫਰੰਸ ਇੱਕ ਇਤਿਹਾਸਿਕ ਸੀਗਾ ਜੀ। ਔਰ ਉਹ ਬਰਗਾੜੀ ਮੁੱਦੇ 'ਤੇ ਮੇਰੇ ਰਿਜਿਗਨੇਸ਼ਨ 'ਤੇ ਕੀਤਾ ਸੀ। ਮੈਂ ਉਦੋਂ ਪਾਰਟੀ ਦਾ ਹਿੱਸਾ ਨਹੀਂ ਸੀ, ਲੇਕਿਨ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਉਹਨਾਂ ਨੇ ਗੱਲ ਕਹੀ ਸੀ ਉਹ ਲਿਖ ਕੇ ਸੁਣ ਕੇ ਮੈਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੀਦਾ ਹੈ। ਬਾਅਦ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਵੀ ਮੈਨੂੰ ਅਪਰੋਚ ਕੀਤਾ। ਸਾਰਿਆਂ ਦਾ ਜੋ ਅਪਰੋਚ ਸੀਗਾ ਉਸ ਦੇ ਤਹਿਤ ਮਤਲਬ ਉਸ ਨੂੰ ਸੁਣ ਕੇ ਸਮਝ ਕੇ ਦੇਖ ਕੇ ਮੈਨੂੰ ਇੱਕ ਆਸ ਦੀ ਕਿਰਨ ਨਜ਼ਰ ਆਈ। ਤੁਸੀਂ ਮੇਰਾ ਫੇਸਬੁੱਕ ਪੋਸਟ 13 ਅਪ੍ਰੈਲ 2021 ਦਾ ਪੜ੍ਹੋ। ਉਦੋਂ ਮੈਂ ਰਿਜ਼ਾਈਨ ਕਰ ਦਿੱਤਾ ਸੀ, ਰਿਜਿਗਨੇਸ਼ਨ ਐਕਸੈਪਟ ਨਹੀਂ ਹੋਇਆ ਸੀ। ਮੈਂ ਲਿਖ ਦਿੱਤਾ ਸੀ ਕਿ ਇਨਸਾਫ ਨਹੀਂ ਹੋਣਾ ਹੈ। ਲੇਕਿਨ 14 ਅਪ੍ਰੈਲ ਦਾ ਭਗਵੰਤ ਮਾਨ ਸਾਹਿਬ ਦਾ ਜਿਹੜਾ ਪ੍ਰੈਸ ਕਾਨਫਰੰਸ ਪਟਿਆਲੇ ਦੇ ਵਿੱਚ ਸੀਗਾ ਉਹ YouTube 'ਤੇ ਅਵੇਲੇਬਲ ਹੈ, ਤੁਸੀਂ ਦੇਖ ਸਕਦੇ ਹੋ। ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜੋ ਸਟੈਂਡ ਸੀਗਾ ਮੈਨੂੰ ਇੱਕ ਆਸ ਦੀ ਕਿਰਨ ਮਤਲਬ ਦਿਖਾਈ ਦਿੱਤੀ। ਲੋਕਾਂ ਨੇ ਵੀ ਮੈਨੂੰ ਪ੍ਰੇਰਿਤ ਕੀਤਾ। ਅੰਮ੍ਰਿਤਸਰ ਦੇ ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੁਆਇਨ ਕਰਨਾ ਹੈ। ਮੈਂ ਪਾਰਟੀ ਜੁਆਇਨ ਕਰ ਲਿਆ। ਪਾਰਟੀ ਵਾਸਤੇ ਦੇਖੋ ਪੂਰੀ ਹੋ ਲੈਣ ਦਿਓ। ਪਾਰਟੀ ਵਾਸਤੇ ਮੈਂ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜੀ। ਔਰ ਸਾਨੂੰ ਅਸੀਂ ਪ੍ਰੋਮਿਸ ਵੀ ਇਹੀ ਕੀਤਾ ਸੀ ਕਿ ਇਨਸਾਫ ਛੇਤੀ ਤੋਂ ਛੇਤੀ ਦਿਲਵਾਵਾਂਗੇ। ਅੱਜ ਹੀ ਮੈਂ ਉਸੇ ਚੀਜ਼ ਦੀ ਬੇਨਤੀ ਕਰਦਾ ਹਾਂ ਜੀ। ਹਾਊਸ ਦੇ ਵਿੱਚ ਵੀ ਉਸੇ ਚੀਜ਼ ਦੀ ਬੇਨਤੀ ਕਰਦਾ ਹਾਂ। ਕੱਲ੍ਹ ਜੋ ਮੈਂ ਫੈਕਟਸ ਰੱਖੇ ਸੀ ਹਾਊਸ ਦੇ ਵਿੱਚ ਉਹ ਉਸੇ ਦਾ ਹਿੱਸਾ ਸੀ ਕਿ ਹੁਣ ਲੇਟ ਜ਼ਿਆਦਾ ਹੋ ਰਿਹਾ ਹੈ। ਮੈਂ ਕਿਹਾ ਸੀ ਕਿ ਆਉਣ ਵਾਲੇ 14 ਤਰੀਕ ਨੂੰ 7 ਸਾਲ ਪੂਰੇ ਹੋ ਜਾਣਗੇ। ਮੋਰਚਾ ਵੀ ਲੱਗਿਆ ਹੋਇਆ ਹੈ। ਤਾਂ ਮੈਂ ਤਾਂ ਇਹੀ ਬੇਨਤੀ ਕੀਤੀ ਸੀ ਨਾ ਕਿ ਛੇਤੀ ਤੋਂ ਛੇਤੀ ਇਨਸਾਫ ਦਿਲਵਾ ਦਿਓ, ਛੇਤੀ ਤੋਂ ਛੇਤੀ। ਔਰ ਇਨਸਾਫ ਦੇ ਵਿੱਚ ਜੋ ਉਹਦੇ ਵਿੱਚ ਅੜਿੱਕਾ ਹੈ, ਜੋ ਪ੍ਰੋਬਲਮ ਆ ਰਿਹਾ ਹੈ, ਉਸ ਚੀਜ਼ ਨੂੰ ਵੀ ਮੈਂ ਰੱਖਿਆ ਸੀ ਕਿ ਜੋ ਹੁਣ ਦੀ ਜਿਹੜੀ SIT ਹੈ ਨਾ, ਇਹ SIT ਇਨਸਾਫ ਨਹੀਂ ਦਿਲਵਾ ਸਕਦੀ ਕਿਉਂਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕਿਸੇ ਹੋਰ ਮਕਸਦ ਦੇ ਨਾਲ ਇਹ ਸਾਰਾ ਮਤਲਬ ਉਹਨਾਂ ਨੇ ਬਣਾਇਆ ਸੀ ਇਸ SIT ਨੂੰ। ਇਸ SIT ਨੂੰ ਤੁਸੀਂ ਕਹੋਗੇ ਕਿ ਤੁਸੀਂ ਇਨਸਾਫ ਦੇ ਦਿਓ, ਇਹ ਸੰਭਵ ਨਹੀਂ ਹੈ ਜੀ।
तो इस करके देखो मेरा अपना मतलब कोई भी चीज़ रखना है ना, अपनी गल रखनी है तो एक तरीका होता है। जो अपोजिशन ने जो कल तौर तरीका अपनाया सी, मैं ये काम नहीं कर सकता हाँ, क्योंकि मैं हमेशा रूल बुक अपने कोल रखता हाँ जी। सदन की मर्यादा का ख्याल होंदा है। जिस दिन मैं ओथ लिया सी ना, उस दिन मैं वायदा कर लिया सी अपने आप तो ते परमात्मा तो कि नहीं, ये जिहड़ी किताब है ना, और इस किताब दे विच जो कुछ भी, ये किताब मैं 2005 तो पढ़ रहा जी। बतौर अफसर आने का मौका मिलता सी, अफसर गैलरी दे विच हुंदे सी। तो जो मर्यादा है उस मर्यादा का पालन करना है, और कानूनन जो कॉन्स्टिट्यूशन अलाउ करता है, ये किताब है ना, इनू कहा जाता है कारज विधि ਅਤੇ ਕਾਰਜ संचालन नियमावली, जो विधान सभा वास्ते मैं ये तहत काम करता हाँ। ये देखो हर चीज़ एक MLA नू की करना चाहिए है, MLA का पावर की है, वो की कर सकता है, और उसकी जिम्मेवारी की होंदी है, वो सारा कुछ है। स्पीकर साहब की जिम्मेवारी की है, मुख्यमंत्री साहब की जिम्मेवारी की है, मंत्री साहिबान की जिम्मेवारी की है, सारा कुछ ये है। तो बतौर MLA जो मेरा फर्ज है मैं निभा रहा हाँ। ਕੁਵਰ ਜੀ ਤੁਸੀਂ ਸਾਰੀ ਗੱਲ ਦੱਸਦੀ, ਬਹੁਤ ਕੁਝ ਪਬਲਿਕ ਡੋਮੇਨ ਦੇ ਵਿੱਚ ਵੀ ਹੈਗਾ। ਸਪੀਕਰ ਸਾਹਿਬ ਖੁਦ ਜਾਂਦੇ ਹੈਗੇ ਨੇ ਸਿੱਖ ਸੰਗਤਾਂ ਨੂੰ ਮਨਾਉਣ, AG ਆਫਿਸ ਤੋਂ ਟੀਮ ਪੂਰੀ ਜਾਂਦੀ ਹੈਗੀ ਆ, ਹਰਜੋਤ ਬੈਂਸ ਜਾਂਦੇ ਹੈਗੇ ਨੇ। ਰਿਪੋਰਟ ਜਿਹੜੀ ਹੈਗੀ ਆ ਉਹ ਜਿਹੜੀ ਆਲਰੇਡੀ ਸਾਰਵਜਨਿਕ ਹੈਗੀ ਆ ਉਹ ਸਿੱਖ ਆਗੂਆਂ ਨੂੰ ਦਿੱਤੀ ਜਾਂਦੀ ਹੈਗੀ ਹੈ। ਉਸ ਤੋਂ ਬਾਅਦ ਸਮਾਂ ਵੀ ਦਿੱਤਾ ਜਾਂਦਾ ਹੈਗਾ ਸਰਕਾਰ ਨੂੰ, ਪਰ ਹੁਣ ਤੱਕ ਪੇਚ ਕਿੱਥੇ ਫਸਿਆ ਹੋਇਆ? ਤੁਸੀਂ ਕਹਿ ਰਹੇ ਹੋ ਕਿ ਇਹ SIT ਦੇ ਵਿੱਚ ਉਹੀ ਬੰਦੇ ਨੇ ਜਿਹੜੀ ਪਿਛਲੀ ਕਾਂਗਰਸ ਗਵਰਨਮੈਂਟ ਦੇ ਵਿੱਚ ਸੀਗੇ। ਤੁਸੀਂ ਕੋਈ ਚਿੱਠੀ ਮੁੱਖ ਮੰਤਰੀ ਹੋਣਾ ਨੂੰ, ਅਰਵਿੰਦ ਕੇਜਰੀਵਾਲ ਹੋਣਾ ਨੂੰ ਕੁਝ ਸੁਜੈਸ਼ਨ ਜਾਂ ਲਿਖ ਕੇ ਕੁਝ ਕਿਹਾ ਹੋਵੇ ਕਿ ਹਾਊਸ ਦੇ ਵਿੱਚ ਇਹ ਚੀਜ਼ 'ਤੇ ਚਰਚਾ ਕਰਦੇ ਹੋ ਤਾਂ ਹੰਗਾਮਾ ਹੁੰਦਾ ਹੈਗਾ, ਤਾਂ ਤੁਸੀਂ ਕੁਝ ਲਿਖਿਆ ਉਹਨਾਂ ਨੂੰ ਕਿ ਇਹ ਮਸਲਾ ਜਲਦ ਤੋਂ ਜਲਦ ਕੀਤਾ ਜਾਵੇ? ਕਿਉਂਕਿ 5 ਸਾਲ ਤੱਕ, ਕਿਉਂਕਿ ਟੈਕਨੀਕਲ ਪੁਆਇੰਟ ਹੈ, ਕਾਨੂੰਨੀ ਤੌਰ ਤੇ ਤੁਹਾਨੂੰ ਸਮਾਂ ਲੱਗ ਜਾਣਾ ਹੈ। नहीं देखो जो लिखती तौर पर है ना, मैं जदों ये हाउस कॉन्स्टिट्यूट होया सी, सरकार बनी सी, उदों ही मैं लिखती तौर पर दे दिता सी कि की कीता जावे जिस दे नाल इंसाफ नूं असीं यकीनी बना सकते हैं। लिखती दे विच देण तो इलावा देखो जदों तुसीं पार्टी दे विच हुंदे हो ना, तो पार्टी का भी एक इंटरनल एक डिसिपलिन हुंदा है और काम करन दा तरीका हुंदा है। तो पार्टी दे विच भी मैं हर तरीके दे नाल, बहुत ही वधिया तरीके दे नाल हर गल में एप्रोप्रीएट टाइम ते एप्रोप्रीएट फोरम ते मैं रखदा हूँ और खुल के रखदा हूँ। लेकिन कमी कित्थे रह जाती है, वो हाउस दे विच मैं कल गल कीती सी कि कारण ये है कि 6 महीने बीत गए, बीतन तो बाद भी इंसाफ नहीं मिल रहा है। कारण ये है क्योंकि ये जिहड़ी SIT है ना, कैप्टन साहब ने किसी होर मकसद दे नाल बनाई सी। अफसर चुन के अफसर नूं प्रमोशन दे के ADGP बना के उन्होंने लगाया सी, ताही मैं कुछ होर भी आगे जाके मैं कहा सी हाउस दे विच। जिस सीट की तुसीं गल करदे हो ना कि मानयोग CM साहब ने एक जथेबंदी नूं रिपोर्ट सौंप दी सी, देखो जो रिपोर्ट चीफ मिनिस्टर साहब ने सौंपी सी, वो सीट भी इन्हां दी तो बनाई हुई नहीं सी। ये रिपोर्ट भी आम आदमी पार्टी की सरकार के टाइम का नहीं सीगा। वो सीट भी कैप्टन साहब की, वो रिपोर्ट भी कैप्टन साहब का। अफसरां ने गुमराह किया ले जाके उन्होंने, क्योंकि उन्होंने 5 तारीख तो कोई प्रोटेस्ट करना सी, तो अफसरां ने गुमराह किया जी, अफसरां ने गुमराह किया। जेकर CM साहब नूं पता हुंदा ना कि एक किस सीट की रिपोर्ट है और किस केस के संबंध दे विच है, उन्होंने नहीं देना सी। इस करके तुसीं देखोगे कि लोगों नूं बहुत उम्मीद है, और जेकर हुण मतलब 7 साल 14 तारीख नूं पूरे हो रहे हैं, और इस साल तक जेकर असीं कुछ कारगर कदम नहीं उठा सके तो लोगों ने जनवरी फरवरी तो शुरू कर देना है पूछना शुरू कर आगू तो पहले ही कह रहे नहीं, चलो उन्होंने तो काम है कहना, तो लोगों ने पूछना शुरू। हले तक देखो आम लोग ही नहीं पूछ रहे हैं, आम लोग ही नहीं पूछ रहे हैं, क्योंकि उन्होंने पता है कि 4 6 8 महीना लग ही जाता है जी। लेकिन जनवरी महीने तो पूछना शुरू कर देना है, तो उस तो पहला असीं इहदा समाधान कढ के मतलब इंसाफ नूं यकीनी बनाउणा जां उस दिशा दे विच कारगर कदम उठाउणा बहुत जरूरी है। ਅੱਜ ਭਗਵੰਤ ਮਾਨ ਹੋਣਾ ਨੇ ਅੰਦਰ ਜਦੋਂ ਕਾਂਗਰਸੀ ਹੱਲਾ ਕਰ ਰਹੇ ਸੀ, ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਕਿ ਇਹ ਨਕਲੀ CM ਕੈਪਟਨ ਅਮਰਿੰਦਰ ਦੇ ਨਾਲ ਕੰਮ ਕਰਦੇ ਰਹੇ।
ਕੀ ਫਿਰ ਉਹ ਸਮਝ ਨਹੀਂ ਪਾ ਰਹੇ? ਤੁਸੀਂ ਜਿਹੜੀ ਚੀਜ਼ ਕਹਿ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਅਫਸਰਾਂ ਨੇ ਗੁੰਮਰਾਹ ਕੀਤਾ, ਉਹੀ ਰਿਪੋਰਟ ਉਹਨਾਂ ਨੇ ਸਿੱਖ ਆਗੂਆਂ ਨੂੰ ਦੇ ਦਿੱਤੀ, ਤੇ ਤੁਸੀਂ ਅੱਜ ਵੀ ਇਹੀ ਚੀਜ਼ਾਂ ਕਹਿ ਰਹੇ ਹੋ, ਹੁਣ ਇੰਟਰਵਿਊ 'ਚ ਵੀ ਇਹੀ ਕਹਿ ਰਹੇ ਹੋ ਕਿ ਜੇਕਰ ਬੇਅਦਬੀ ਤੇ ਮਾਮਲਿਆਂ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਪੰਜਾਬ ਦਾ, ਕਾਰਗਰ ਕਦਮ ਨਹੀਂ ਚੁੱਕਦੀ ਸਰਕਾਰ, ਤਾਂ 2-3 ਮਹੀਨਿਆਂ ਤੱਕ ਲੋਕ ਪੁੱਛਣ ਲੱਗ ਜਾਣਗੇ। ਕਿਉਂ ਨਹੀਂ ਫਿਰ ਇਹਨਾਂ ਨੂੰ ਸਮਝ ਆ ਰਿਹਾ ਕਿ ਜੇਕਰ ਉਹ ਨਕਲੀ ਸੀਐਮ ਕਹਿੰਦੇ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ, ਉਹੀ ਅਫਸਰਾਂ ਦੀਆਂ ਐਸਆਈਟੀ ਤੇ ਉਹੀ ਰਿਪੋਰਟਾਂ ਉਹ ਅੱਗੇ ਦੇ ਰਹੇ ਨੇ? ਕਿਉਂ ਨਹੀਂ ਸਮਝ ਆ ਰਿਹਾ? ਕਮੀ ਕਿੱਥੇ ਹੈ? ਨਹੀਂ ਦੇਖੋ, ਕੌਣ ਕੀ ਬੋਲ ਰਿਹਾ ਹੈ ਹਾਊਸ ਦੇ ਵਿੱਚ ਕਿਸ ਤਰ੍ਹਾਂ, ਮੈਂ ਤਾਂ ਕਿਹਾ ਨਾ ਜੀ ਕਿ ਦੇਖੋ ਮੈਨੂੰ ਇਸ ਕਿਤਾਬ ਦੇ ਬਾਰੇ ਪਤਾ ਹੈ ਜੀ, ਮੈਨੂੰ ਮਰਜ਼ਾਦਾ ਦੇ ਬਾਰੇ ਵੀ ਪਤਾ ਹੈ। ਮੈਂ ਕੋਈ ਵੀ ਗੱਲ ਕਰਦਾ ਹਾਂ ਨਾ ਜੀ, ਸਟੇਟ ਦੇ ਹੈੱਡ ਨੇ ਉਹ। ਦੇਖੋ ਮੈਂ ਮਰਜ਼ਾਦਾ ਦੇ ਵਿੱਚ ਰਹਿ ਕੇ ਗੱਲ ਕਰਦਾ ਹਾਂ, ਕੋਈ ਵੀ ਮੈਂ ਸਮਾਂ ਮੰਗਦਾ ਹਾਂ ਜੀ, ਮਿਲ ਜਾਂਦਾ ਹੈ ਮੈਂ ਆਪਣੀ ਗੱਲ ਰੱਖ ਦਿੰਦਾ ਹਾਂ, ਨਹੀਂ ਮਿਲਦਾ ਹੈ ਮੈਂ ਚੁੱਪ ਲਗਾ ਕੇ ਮੈਂ ਬਹਿ ਜਾਂਦਾ ਹਾਂ ਜੀ, ਕਿਉਂਕਿ ਮੈਨੂੰ ਪਤਾ ਹੈ ਕਿ ਮੇਰੀ ਕੀ ਜ਼ਿੰਮੇਵਾਰੀ ਹੈ ਜੀ, ਕੀ ਜ਼ਿੰਮੇਵਾਰੀ ਹੈ। ਫਰਸਟ੍ਰੇਸ਼ਨ ਪੋਲਿਟਿਕਸ ਦੇ ਵਿੱਚ ਕਦੇ ਵੀ ਨਹੀਂ ਲੈ ਕੇ ਆਉਣਾ ਚਾਹੀਦਾ ਹੈ। ਜਿਸ ਵਿਅਕਤੀ ਦੇ ਮਨ ਦੇ ਵਿੱਚ ਥੋੜਾ ਵੀ ਫਰਸਟ੍ਰੇਸ਼ਨ ਆ ਗਿਆ ਉਹ ਲੋਕਾਂ ਦਾ ਕੰਮ ਨਹੀਂ ਕਰ ਸਕਦਾ ਜੀ, ਠੀਕ ਹੈ। ਤਾਂ ਫਰਸਟ੍ਰੇਟ ਨਹੀਂ ਹੋਣਾ ਚਾਹੀਦਾ ਹੈ ਜੀ, ਔਰ ਹਮੇਸ਼ਾ ਪੈਸ਼ੈਂਸ ਰੱਖਣਾ ਚਾਹੀਦਾ ਹੈ ਜੀ। ਮੈਂ ਤਾਂ ਇਹੀ ਕਹਾਂਗਾ, ਦੂਸਰਿਆਂ ਨੂੰ ਵੀ ਮੈਂ ਕਹਾਂਗਾ ਜੋ ਪ੍ਰੋਟੈਸਟ ਕਰ ਰਹੇ ਨੇ, ਜੇਕਰ ਮੰਨ ਲਓ ਕੱਲ ਉਹਨਾਂ ਨੇ 4 ਘੰਟਾ ਬਰਬਾਦ ਕੀਤਾ ਜੀ, ਚਲੋ ਅਸੀਂ ਬੋਲ ਰਹੇ ਸੀ ਲੇਕਿਨ ਸੁਣਾਈ ਤਾਂ ਨਹੀਂ ਦੇ ਰਿਹਾ ਸੀ, ਸਾਨੂੰ ਡਿਸਟਰਬੈਂਸ ਵੀ ਤਾਂ ਹੋ ਰਿਹਾ ਸੀ। ਮੰਨ ਲਓ ਕਿਸੇ ਥਾਂ 'ਤੇ ਸ਼ੋਰ ਸ਼ਰਾਬਾ ਹੋ ਰਿਹਾ ਹੈ, ਤੁਸੀਂ ਆਪਣੀ ਗੱਲ ਕਿਸ ਤਰ੍ਹਾਂ ਰੱਖ ਸਕਦੇ ਹੋ? ਤਾਂ ਮੇਰਾ ਇਹ ਕਹਿਣਾ ਹੈ ਕਿ ਜੇਕਰ ਮੰਨ ਲਓ ਲੋਕੀ ਆਪਣਾ ਫਰਜ਼ ਨਿਭਾਉਣ, ਔਰ ਖਾਸ ਕਰਕੇ 117 ਲੋਕਾਂ ਨੂੰ ਹੀ ਚੁਣ ਕੇ ਭੇਜਿਆ ਹੋਇਆ ਹੈ ਨਾ ਜੀ, ਪੰਜਾਬ ਦੀ 3 ਕਰੋੜ ਜਨਤਾ ਹੈ। ਮੈਂ 3 ਕਰੋੜ ਹਮੇਸ਼ਾ ਬੋਲਦਾ ਹਾਂ, ਕਿਉਂਕਿ ਕੁਝ ਲੋਕ ਚਲੋ ਪੰਜਾਬ ਤੋਂ ਬਾਹਰ ਵੀ ਰਹਿੰਦੇ ਨੇ, ਪੰਜਾਬ ਦੇ ਬਾਰੇ ਚਿੰਤਿਤ ਰਹਿੰਦੇ ਨੇ ਜਾਂ ਪੰਜਾਬ ਦੀ ਬਿਹਤਰੀ ਵਾਸਤੇ ਸੋਚਦੇ ਨੇ, ਕਰਦੇ ਨੇ, ਤਾਂ ਮੈਂ ਹਮੇਸ਼ਾ 3 ਕਰੋੜ ਬੋਲਦਾ। ਤੇ 3 ਕਰੋੜ ਲੋਕਾਂ ਨੇ 117 ਲੋਕਾਂ ਨੇ ਚੁਣ ਕੇ ਭੇਜਿਆ। ਇੱਥੇ ਦਾ ਤਾਂ ਇੱਕ ਸੈਕਿੰਡ ਜੋ ਹੈ ਨਾ ਜੀ ਬਹੁਤ ਕੀਮਤੀ ਹੁੰਦਾ ਹੈ ਜੀ, ਬਹੁਤ ਕੀਮਤੀ। ਤਾਂ ਆਪਣੀ ਗੱਲ ਰੱਖਣੀ ਹੁੰਦੀ ਹੈ। ਉਹ 5-7 ਸਵਾਲ ਹੋਰ ਕਰ ਸਕਦੇ ਸੀ, ਜੋ ਟਾਈਮ ਉਹਨਾਂ ਨੇ ਬਰਬਾਦ ਕੀਤਾ, 5-7 ਸਵਾਲ ਹੋਰ ਕਰ ਸਕਦੇ ਸੀ। ਕਦੇ ਵੀ ਉੱਠ ਕੇ ਸਾਹਮਣੇ ਨਹੀਂ ਜਾਣਾ ਚਾਹੀਦਾ ਹੈ ਜੀ, ਕਦੇ ਵੀ ਨਹੀਂ ਜਾਣਾ ਚਾਹੀਦਾ ਹੈ, ਕਦੇ ਵੀ ਸ਼ੋਰ ਸ਼ਰਾਬਾ ਨਹੀਂ, ਠੀਕ ਹੈ। ਤੁਹਾਨੂੰ ਕੋਈ ਚੀਜ਼ ਮਤਲਬ ਚੰਗੀ ਨਹੀਂ ਲੱਗ ਰਹੀ ਹੈ ਜੀ, ਤੁਸੀਂ ਇੱਕ ਵਾਰੀ ਬੋਲ ਦਿਓ ਕਿ ਇਹ ਚੀਜ਼ ਤੁਹਾਨੂੰ ਚੰਗੀ ਨਹੀਂ ਲੱਗ ਰਹੀ ਹੈ, ਉਹ ਉਸ ਚੀਜ਼ ਤੱਕ ਮਤਲਬ ਤੁਸੀਂ ਦੇਖੋਗੇ ਕਿ ਕੋਈ ਕੰਮ ਮੰਨ ਲਓ ਹੋ ਰਿਹਾ ਹੈ, ਤੁਹਾਨੂੰ ਠੀਕ ਨਹੀਂ ਲੱਗਿਆ ਜੀ, ਤਾਂ ਇਹਦੇ ਵਿੱਚ ਤਰੀਕਾ ਹੈ ਜੀ, ਮਤਲਬ ਵਿਰੋਧ ਜਤਾਉਣ ਦਾ ਵੀ ਇਹਦੇ ਵਿੱਚ ਇੱਕ ਤਰੀਕਾ ਹੈ ਜੀ। ਤਾਂ ਉਸ ਤਰੀਕੇ ਦੇ ਨਾਲ ਵਿਰੋਧ ਜਤਾ ਦਿਓ, ਲੇਕਿਨ ਟਾਈਮ ਨਾ ਬਰਬਾਦ ਕਰੋ, ਕਿਉਂਕਿ ਟਾਈਮ ਜਿਹੜਾ ਹੁੰਦਾ ਹੈ ਨਾ ਸਾਰਾ ਪੰਜਾਬ ਦੇਖਦਾ ਹੁੰਦਾ ਹੈ ਜੀ। ਤੇ ਇਸ ਕਰਕੇ ਮੇਰਾ ਇਹ ਹੈ ਕਿ ਮੈਂ ਜੋ ਬੋਲਾਂਗਾ ਇਸ ਦੀ ਮਰਜ਼ਾਦਾ ਨੂੰ ਖਿਆਲ ਰੱਖਦੇ ਹੋਏ, ਇਸ ਦੀ ਮਰਜ਼ਾਦਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬੋਲਾਂਗਾ। ਕੌਣ ਕਿਸ ਦੇ ਉੱਤੇ ਕੀ ਆਰੋਪ ਲਗਾ ਰਿਹਾ ਹੈ, ਪ੍ਰਤਿਆਰੋਪ ਲਗਾ ਰਿਹਾ ਹੈ। ਦੇਖੋ ਓਪੋਜੀਸ਼ਨ ਦੀ ਵੀ ਪੋਲਿਟਿਕਸ ਹੁੰਦੀ ਹੈ ਨਾ, ਡੈਮੋਕ੍ਰੇਸੀ ਦੇ ਵਿੱਚ ਓਪੋਜੀਸ਼ਨ ਦੀ ਬਹੁਤ ਅਹਿਮ ਜ਼ਿੰਮੇਵਾਰੀ ਹੁੰਦੀ ਹੈ, ਲੇਕਿਨ ਓਪੋਜੀਸ਼ਨ ਵਾਲੇ ਕਾਲੀ ਕਰ ਜਾਂਦੇ ਨੇ ਜੀ, ਜਲਦਬਾਜ਼ੀ ਕਰ ਜਾਂਦੇ ਨੇ। ਉਹ ਸਿੱਧਾ ਅੱਜ ਵੀ ਸਪੀਕਰ ਸਾਹਿਬ ਨੇ ਕਿਹਾ ਸੀ ਨਾ ਕਿ ਕੋਈ ਕਿਸੇ ਦੇ ਉੱਤੇ ਪਰਸਨਲ ਟਿੱਪਣੀ ਨਾ ਕਰੇ ਜੀ, ਉਸ ਦੀ ਮਨਾਹੀ ਹੈ ਇਹਦੇ ਵਿੱਚ। ਤਾਂ ਮੈਂ ਦੇਖੋ ਉਹਦੇ ਉੱਤੇ ਫਰਦਰ ਟਿੱਪਣੀ ਕਰਨ ਦੀ ਲੋੜ ਨਹੀਂ ਸਮਝਦਾ ਹਾਂ। ਮੇਰਾ ਆਖਰੀ ਸਵਾਲ ਹੈ, ਤੁਸੀਂ ਇੰਟਰਵਿਊ ਦੀ ਸਟਾਰਟਿੰਗ 'ਚ ਕਿਹਾ ਕਿ ਮੈਨੂੰ ਪੋਲਿਟਿਕਸ ਨਹੀਂ ਆਉਂਦੀ ਹੈਗੀ, ਕਿ ਹੁਣ ਕੁੰਵਰ ਵਿਜੇ ਪ੍ਰਤਾਪ ਸਿਆਸਤ ਦੇ ਵਿੱਚ ਆ ਕੇ ਬੇਅਦਬੀ ਦਾ ਜਿਹੜਾ ਮਸਲਾ ਹੈ, ਵਾਰ-ਵਾਰ ਉਹ ਕਹਿ ਰਹੇ ਨੇ, ਹਾਊਸ 'ਚ ਬੋਲ ਰਹੇ ਨੇ, ਕੋਈ ਹੱਲ ਨਹੀਂ ਨਿਕਲ ਰਿਹਾ, ਕਿ ਇਹ ਮਹਿਸੂਸ ਕਰ ਰਹੇ ਨੇ ਕਿ ਸਿਆਸਤ 'ਚ ਜਿਹੜਾ ਕਦਮ ਰੱਖਿਆ ਉਹ ਕਿਤੇ ਗਲਤ ਨਾ ਸਾਬਿਤ ਹੋਵੇ? ਨਹੀਂ, ਇਸ ਸਵਾਲ ਨੂੰ ਤੁਸੀਂ ਪਹਿਲਾਂ ਸੁਧਾਰ ਲਓ, ਇਸ ਸਵਾਲ ਦੇ ਵਿੱਚ ਅਮੈਂਡਮੈਂਟ ਕਰ ਲਓ, ਕਿਉਂਕਿ ਜੋ ਤੁਸੀਂ ਪੁੱਛ ਰਹੇ ਹੋ ਉਹਦਾ ਜਵਾਬ ਮੈਂ ਪਹਿਲਾਂ ਹੀ ਦੇ ਚੁੱਕਿਆ ਹਾਂ, ਠੀਕ ਹੈ ਨਾ। ਕਿਉਂਕਿ ਤੁਹਾਡੀ ਸੁਣੀ ਨਹੀਂ ਨਾ ਜਾ ਰਹੀ, ਫਿਰ ਇੱਕ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਐਸਆਈਟੀ ਉਹੀ ਹੈ, ਅਫਸਰ ਉਹੀ ਨੇ ਉਹਦੇ। ਸੁਣੋ, ਮੈਨੂੰ ਐਮਐਲਏ ਬਣਾਉਣ ਦਾ ਫੈਸਲਾ, ਇਲੈਕਸ਼ਨ ਲੜਾਉਣ ਦਾ ਫੈਸਲਾ ਅੰਮ੍ਰਿਤਸਰ ਦੇ ਲੋਕਾਂ ਨੇ ਕੀਤਾ, ਮੈਨੂੰ ਟਿਕਟ ਦੇਣ ਦਾ ਫੈਸਲਾ ਆਮ ਆਦਮੀ ਪਾਰਟੀ ਨੇ ਕੀਤਾ, ਠੀਕ ਹੈ ਕਿ ਨਹੀਂ। ਤਾਂ ਮੈਂ ਤਾਂ ਬਾਰ-ਬਾਰ ਇਹੀ ਕਹਿ ਰਿਹਾ ਕਿ ਬਤੌਰ ਐਮਐਲਏ ਮੈਂ ਆਪਣਾ ਫਰਜ਼ ਨਿਭਾ ਰਿਹਾ ਹਾਂ ਜੀ। ਤੁਸੀਂ ਜਾ ਕੇ ਦੇਖੋ ਨਾ, ਸਵੇਰ ਤੋਂ ਤੁਸੀਂ 6 ਵਜੇ ਵੀ ਜੇਕਰ ਕੋਈ ਮੇਰੇ ਕੋਲ ਆ ਗਿਆ ਨਾ ਜੀ, ਮੈਂ ਸਿੱਧਾ ਹਾਜ਼ਰ ਹੋ ਜਾਂਦਾ ਹਾਂ ਜੀ ਬਾਹਰ, ਕਿ ਆਓ ਜੀ ਕੀ ਕੰਮ ਹੈ। ਸਵੇਰੇ 6 ਵਜੇ ਤੋਂ ਲੈ ਕੇ ਜੀ ਰਾਤ ਨੂੰ 11 ਵਜੇ ਤੱਕ ਮੈਂ ਪਬਲਿਕ ਦੇ ਵਿੱਚ ਹੁੰਦਾ ਹਾਂ। ਅੱਜ ਮੈਂ ਚੰਡੀਗੜ੍ਹ ਦੇ ਵਿੱਚ ਹਾਂ, ਫਿਰ ਵੀ ਮੇਰੇ ਦਫ਼ਤਰ ਦੇ ਵਿੱਚ ਵੀ, ਮੇਰੇ ਘਰ ਦੇ ਵਿੱਚ ਵੀ ਕੋਈ ਨਾ ਕੋਈ ਜ਼ਿੰਮੇਵਾਰ ਆਦਮੀ ਬੈਠਾ ਹੋਊਗਾ ਕਿ ਪਬਲਿਕ ਦਾ ਕੋਈ ਵੀ ਵਿਅਕਤੀ ਆ ਜਾਵੇ ਨਾ, ਕੋਈ ਵੀ ਕੰਮ ਹੈ, ਛੋਟੇ ਛੋਟੇ ਕੰਮ ਹੁੰਦੇ ਨੇ ਜੀ, ਠੀਕ ਹੈ, ਤਾਂ ਉਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ। ਮੈਂ ਇਹ ਵੀ ਤੁਹਾਨੂੰ ਕਿਹਾ ਕਿ ਅੰਮ੍ਰਿਤਸਰ ਨਾਰਥ ਜੋ ਹੈ ਹੁਣ ਇੱਕ ਬ੍ਰਾਂਡ ਨੇਮ ਬਣ ਗਿਆ ਹੈ ਅੰਮ੍ਰਿਤਸਰ ਦੇ ਵਿੱਚ। ਜੇਕਰ ਨਾਰਥ ਹਲਕੇ ਦਾ ਕੋਈ ਵੀ ਵਿਅਕਤੀ ਕਿਸੇ ਦਫ਼ਤਰ ਦੇ ਵਿੱਚ ਜਾਂਦਾ ਹੈ ਨਾ, ਸਿਰਫ ਬੋਲਣਾ ਹੈ ਕਿ ਨਾਰਥ ਤੋਂ ਆਏ ਹਾਂ ਜੀ, ਕਿਉਂਕਿ ਹਰ ਵੋਟਰ ਦੇ ਕੋਲ ਐਮਐਲਏ ਦਾ ਪਾਵਰ ਹੈ। ਇਹ ਡੈਮੋਕ੍ਰੇਸੀ ਦੇ ਵਿੱਚ ਬਦਲਾਅ ਹੈ। ਦੇਖੋ, ਤਾਂ ਮੈਂ ਤਾਂ ਰਾਜਨੀਤੀ ਦੇ ਵਿੱਚ ਬਦਲਾਅ ਲੈ ਕੇ ਆ ਰਿਹਾ ਹਾਂ। ਮੈंने ਆਪਣੇ ਹਰ ਵੋਟਰ ਨੂੰ
ਐਮਐਲਏ ਦਾ ਦਰਜਾ ਦੇ ਦਿੱਤਾ ਜੀ ਕਿ ਤੁਸੀਂ ਆਪਣਾ ਪਾਵਰ ਮੈਨੂੰ ਦਿੱਤਾ, ਜੋ ਪਾਵਰ ਤੁਸੀਂ ਮੈਨੂੰ ਦਿੱਤਾ ਉਹ ਮੁੜ ਮੈਂ ਤੁਹਾਨੂੰ ਦੇ ਰਿਹਾ ਹਾਂ ਜੀ। ਤਾਂ ਹਰ ਵੋਟਰ ਮੇਰਾ ਆਪਣਾ ਕੰਮ ਐਮਐਲਏ ਦੀ ਹੈਸੀਅਤ ਦੇ ਵਿੱਚ ਕਰਾ ਰਿਹਾ ਹੈ ਜੀ। ਮੈਂ ਸਿਰਫ ਇਹੀ ਕਿਹਾ ਕਿ ਲੇਕਿਨ ਜ਼ਿੰਮੇਵਾਰੀ ਲੈਣੀ ਹੈ, ਜ਼ਿੰਮੇਵਾਰੀ ਲੈਣੀ ਹੈ। ਤੁਸੀਂ ਐਮਐਲਏ ਹੋ ਲੇਕਿਨ ਜ਼ਿੰਮੇਵਾਰੀ ਦੇ ਨਾਲ ਜੋ ਪਾਵਰ ਮੇਰੇ ਕੋਲ ਹੈ ਉਹ ਤੁਸੀਂ ਉਹ ਪਾਵਰ ਦਾ ਇਸਤੇਮਾਲ ਕਰੋ, ਤੁਸੀਂ ਐਕਸਰਸਾਈਜ਼ ਕਰੋ, ਲੇਕਿਨ ਨਾਲ ਇਹ ਵੀ ਮੈਂ ਬੋਲਦਾ ਹਾਂ ਕਿ ਜ਼ਿੰਮੇਵਾਰੀ ਜ਼ਰੂਰ ਲਓ, ਠੀਕ ਹੈ ਕਿ ਨਹੀਂ। ਇਸ ਕਰਕੇ ਫਰਸਟ੍ਰੇਸ਼ਨ ਦੀ ਗੱਲ ਉਹ ਸਭ ਗੱਲ ਪੁੱਛੋ ਹੀ ਨਹੀਂ ਕਿ ਮੈਂ ਤਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਐਮਐਲਏ ਦੀ ਡਿਊਟੀ ਨਿਭਾ ਰਿਹਾ ਜੀ। ਥੈਂਕ ਯੂ। ਤਾਂ ਇਹ ਸਨ ਸਾਡੇ ਨਾਲ ਐਮਐਲਏ ਕੁੰਵਰ ਵਿਜੇ ਪ੍ਰਤਾਪ ਸਿੰਘ। ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਬੇਅਦਬੀ ਵਾਲਾ ਜੋ ਮਾਮਲਾ ਹੈਗਾ ਉਸ ਨੂੰ ਲੈ ਕੇ ਇਹ ਆਪਣਾ ਬਤੌਰ ਐਮਐਲਏ ਪੱਖ ਰੱਖ ਰਹੇ ਨੇ ਤੇ ਭਗਵੰਤ ਮਾਨ ਮੁੱਖ ਮੰਤਰੀ ਹੁਣ ਇਸ ਮਾਮਲੇ ਦੇ ਵਿੱਚ ਕੀ ਕਰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ। ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਰਜਤ ਦੇ ਨਾਲ ਜਗਬਾਣੀ ਟੀਵੀ ਲਈ ਵਰੁਣ ਭੱਟ।